श्री गुरु ग्रंथ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਅਪਾਰ ਮਿਹਰ ਬਖਸ਼ਿਸ਼ ਕਰਕੇ ਅੰਮ੍ਰਿਤ ਵੇਲੇ ਆਪਣੀ ਪਵਿੱਤਰ ਚਰਨ ਸ਼ਰਨ ਵਿੱਚ ਸ਼ਬਦ ਗੁਰਬਾਣੀ ਨਾਲ ਜੁੜ ਕਰਕੇ ਸੰਗਤ ਦੇ ਲਾਹੇ ਬਖਸ਼ੇ। ਗਰੀਬ ਨਿਵਾਸ ਸਰਬੱਤ ਦਾ ਪੜ੍ਹਿਆ ਸੁਣਿਆ ਲਿਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਆਓ ਸਰਵਣ ਕਰੀਏ ਲੜੀਵਾਰ ਗੁਰ ਸ਼ਬਦ ਵਿਚਾਰ ਸਤਿਕਾਰਯੋਗ ਗਿਆਨੀ ਦੰਦਰ ਸਿੰਘ ਜੀ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ। ਸਰਬ ਜੀਆਂ ਸਿਰ ਲੇਖ ਤੁਰਾਹੂ, ਬਿਨ ਲਿਖੈ ਨਹੀਂ ਕੋਈ ਜੀਓ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਮਨ ਰੇ ਰਾਮ ਜਪੋ ਸੁਖ ਹੋਈ, ਅਹਨਿਸ ਗੁਰ ਕੀ ਚਰਨ ਸਰੇਵਹੁ। ਹਰ ਦਾਤਾ ਭੁਗਤਾ ਸੋਈ ਰਹਾਉ, ਜੋ ਅੰਤਰ ਸੋ ਬਾਹਰ ਦੇਖਹੁ। ਅਵਰ ਨ ਦੇਖ ਦੂਜਾ ਕੋਈ ਜੀਉ, ਗੁਰਮੁਖ ਏਕ ਦ੍ਰਿਸ਼ਟ ਕਰ ਦੇਖਹੁ। ਘਟ ਘਟ ਜੋਤ ਸਮੋਈ ਜੀਉ, ਚਲਤਾ ਠਾਕ ਰਖਹੁ ਘਰ ਆਪੂਨੈ। ਗੁਰ ਮਿਲਿਆ ਮਤ ਹੋਈ ਜੀਉ, ਦੇਖ ਅਦ੍ਰਿਸ਼ਟ ਰਹੋ ਬਿਸਮਾਦੀ। ਦੁਖ ਬਿਸਰੈ ਸੁਖ ਹੋਈ ਜੀਉ, ਪੀਵਹੁ ਅਪਿਓ ਪਰਮ ਸੁਖ ਪਾਈਐ। ਨਿਜ ਕਰ ਵਾਸਾ ਹੋਈ ਜੀਉ, ਜਨਮ ਮਰਨ ਭਵ ਪੰਜਨ ਗਾਈਐ। ਪੁਨਰਪ ਜਨਮ ਨ ਹੋਈ ਜੀਉ, ਤਤ ਨਿਰੰਜਨ ਜੋਤ ਸਬਾਈ। ਸੋਹੰ ਭੇਦ ਨ ਕੋਈ ਜੀਉ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਨਾਨਕ ਗੁਰ ਮਿਲਿਆ ਸੋਈ ਜੀਉ, ਤਤ ਨਿਰੰਜਨ ਜੋਤ ਸਬਾਈ। ਸੋਹੰ ਭੇਦ ਨਾ ਕੋਈ ਜੀਉ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ। ਨਾਨਕ ਗੁਰ ਮਿਲਿਆ ਸੋਈ ਜੀਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ। ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਹਨ। ਉਪਰੰਤ ਅੰਮ੍ਰਿਤਮਈ ਬਾਣੀ ਦੀ ਅਮਰ ਕਥਾ ਜੋ ਕਿ ਹਰ ਰੋਜ਼ ਗੁਰੂ ਚਰਨਾਂ ਵਿੱਚ ਬੈਠ ਕੇ ਆਪਾਂ ਸਰਵਣ ਕਰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹ ਸਾਨੂੰ ਸਮਾਂ ਬਖਸ਼ਿਆ ਹੈ। ਇਹ ਪਾਵਨ ਸ਼ਬਦ ਸੋਰਠ ਰਾਗਣੀ ਦੇ ਵਿੱਚ ਹੈ। ਪਹਿਲੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੈ। ਮਹੱਲਾ ਪਹਿਲਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 598 ਤੋਂ ਆਰੰਭ ਹੋ ਕੇ 599 'ਤੇ ਸੰਪੂਰਨ ਹੈ। ਮਹਾਰਾਜ ਕਿਰਪਾ ਕਰਦੇ ਨੇ, ਕਹਿੰਦੇ ਸਰਬ ਜੀਆਂ ਸਿਰ ਲੇਖ ਤੁਰਾਹੂ। ਆਪਾਂ ਜਿੰਨੇ ਵੀ ਹਾਂ ਸਾਡੇ ਲੇਖ ਧੁਰ ਤੋਂ ਲਿਖੇ ਹੋਏ ਨੇ ਦਰਗਾਹ 'ਚ। ਪਹਿਲੋਂ ਲੇਖ ਲਿਖੇ ਗਏ, ਫਿਰ ਸਾਡਾ ਜਨਮ ਹੋਇਆ। ਤਦੇ ਕਹਤਾ ਮਾਰਨ ਨੇ ਮਰਨ ਲਿਖਾਏ ਮੰਡਲ ਮੈਂ ਆਏ। ਜਦੋਂ ਲੇਖ ਲਿਖਿਆ ਗਿਆ ਤਾਂ ਮੌਤ ਵੀ ਤਾਂ ਨਾਲ ਲਿਖੀ ਗਈ ਹੈ ਨਾ। ਪਹਿਲੋਂ ਮੌਤ ਲਿਖੀ ਹੈ, ਇੱਕ ਸਾਨੂੰ ਮੋਹਲਤ ਮਿਲੀ, ਸਮਾਂ ਮਿਲਿਆ ਵੀ ਇੰਨੇ ਚਿਰ ਦਾ ਤੇਰਾ ਸਮਾਂ, ਜਾ ਧਰਤੀ 'ਤੇ ਜਾ ਕੇ ਆ। ਮੌਤ ਹਰ ਇੱਕ ਦੀ ਲਿਖ ਹੋਈ ਹੈ। ਕੀ ਮੈਂ ਪ੍ਰਾਪਤ ਕਰਨਾ, ਕੀ ਮੈਂ ਗਵਾਉਣਾ, ਇਹ ਸਾਰਾ ਲਿਖ ਹੋਇਆ। ਕਿੱਥੇ ਕਿੱਥੇ ਖਾਣਾ ਪੀਣਾ ਲਿਖ ਹੋਇਆ, ਕਿੱਥੇ ਮੇਲ ਹੈ ਕਿੱਥੇ ਵਿਛੋੜਾ ਆ ਲਿਖ ਹੋਇਆ। ਸੱਚੇ ਪਾਤਸ਼ਾਹ ਨੇ ਸਾਰਾ ਕੁਝ ਲਿਖਿਆ ਹੋਇਆ।
ਲੇਖੇ ਸਾਸ ਗਰਾਹਾ ਹੈ। ਕਹਿੰਦੇ ਕੱਲਾ ਕੱਲਾ ਸਾਹ ਲਿਖਿਆ ਸੱਚੇ ਪਾਤਸ਼ਾਹ ਜੀ ਨੇ। ਬਿਨ ਲੇਖੇ ਨਹੀਂ ਕੋਈ ਜੀਓ, ਉਹਦੇ ਲੇਖੇ ਵਿੱਚ ਨਾ ਕੋਈ ਹੋਵੇ, ਐਸਾ ਨਹੀਂ ਹੋ ਸਕਦਾ। ਲਿਖ ਲਿਖ ਕੇ ਸਾਰੇ ਭੇਜੇ ਹੋਏ ਨੇ, ਸਾਰੇ ਲੇਖਾਂ ਦੇ ਅਧੀਨ ਨੇ। ਜਿੱਦਾਂ ਜਿੱਦਾਂ ਲੇਖ ਕੇ ਦਾ ਪਾ ਦਿੱਤਾ, ਜਿੱਦਾਂ ਦੀ ਮਸਤਕ 'ਤੇ ਕਲਮ ਵਗ ਗਈ ਹੈ, ਉਸੇ ਅਨੁਸਾਰ ਹਰ ਇੱਕ ਪ੍ਰਾਣੀ ਆਪਣਾ ਜੀਵਨ ਜਿਹੜਾ ਉਹ ਜੀਵ ਰਿਹਾ ਹੈ। ਆਪ ਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਓ। ਪਰ ਪਾਰ ਬ੍ਰਹਮ ਪਰਮੇਸ਼ਰ ਦੇ ਸਿਰ ਉੱਤੇ ਕੋਈ ਲੇਖ ਨਹੀਂ ਹੈ, ਉਹ ਲੇਖਾਂ ਦੇ ਅਧੀਨ ਨਹੀਂ ਹੈ। ਕੁਦਰਤ ਕਹਿੰਦੇ ਕੁਦਰਤ ਕਰ ਦੇਖੈ, ਕੁਦਰਤ ਨੂੰ ਆਪ ਬਣਾਇਆ ਉਸਨੇ, ਫਿਰ ਸੰਭਾਲ ਵੀ ਆਪ ਕਰਦਾ। ਹੁਕਮ ਚਲਾਏ ਸੋਈ ਜੀਓ, ਜੋ ਜੋ ਵੀ ਉਸਨੇ ਬਣਾ ਦਿੱਤਾ, ਪੈਦਾ ਕਰ ਦਿੱਤਾ, ਹਰ ਇੱਕ ਨੂੰ ਆਪਣੇ ਹੁਕਮ ਦੇ ਵਿੱਚ ਉਹ ਚਲਾ ਰਿਹਾ ਹੈ। ਪੌਣ, ਪਾਣੀ, ਚੰਦ, ਸੂਰਜ, ਦਰਿਆ, ਸਮੁੰਦਰ, ਸਭ ਕੁਝ ਆਪਣੇ ਹੁਕਮ 'ਚ ਚਲਾਉਂਦਾ। ਜਿਤਨੇ ਵੀ ਜੀਆ ਜੰਤ ਉਸਨੇ ਪੈਦਾ ਕਰ ਦਿੱਤੇ, ਸਾਰਿਆਂ ਨੂੰ ਆਪਣੇ ਹੁਕਮ 'ਚ ਚਲਾਉਂਦਾ ਪਿਆ। ਐਸਾ ਹੈ। ਮਨ ਰੇ ਰਾਮ ਜਪੋ ਸੁਖ ਹੋਈ। ਹੇ ਮਨਾ, ਜੇ ਤੂੰ ਚਾਹੁੰਦਾ ਨਾ ਵੀ ਮੈਨੂੰ ਸੁੱਖ ਦੀ ਪ੍ਰਾਪਤੀ ਹੋਵੇ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨਾ ਨਾਮ ਜਪਿਆ ਕਰ। ਕਹਿੰਦੇ ਨਾਮ ਜਪਣ ਵਿੱਚ ਸੁੱਖ ਹੈ। ਅਹਨਸ ਗੁਰ ਕੇ ਚਰਨ ਸਰੀ ਵਹੋ, ਹਰ ਦਾਤਾ ਭੁਗਤਾ ਸੋਈ। ਸੋ ਦਿਨ ਰਾਤ ਰੱਬ ਦੇ ਪਿਆਰੇ ਗੁਰਸਿੱਖ ਪ੍ਰਾਣੀ ਉਹ ਗੁਰੂ ਦੇ ਚਰਨਾਂ ਦੀ ਸੇਵਾ ਦੇ ਵਿੱਚ ਰਹਿੰਦੇ ਨੇ। ਹਰ ਵਕਤ ਉਹਨੂੰ ਯਾਦ ਰੱਖਣਾ, ਇਹਨੂੰ ਕਹਿਤਾ ਸੇਵਾ 'ਚ ਰਹਿਣਾ, ਅੰਗ ਸੰਗ ਸਮਝਣਾ ਪ੍ਰਮਾਤਮਾ ਨੂੰ ਹਰ ਵਕਤ। ਉਹ ਰੱਬ ਦੇ ਪਿਆਰੇ ਮੰਨਦੇ ਨੇ ਕਿ ਦਾਤਾਂ ਦੇਣੇ ਵਾਲਾ ਵੀ ਉਹ ਹੈ ਅਤੇ ਦਾਤਾਂ ਨੂੰ ਭੋਗਣੇ ਵਾਲਾ ਵੀ ਉਹ ਹੈ। ਅੰਦਰ ਬੈਠ ਕੇ ਉਹ ਦਾਤਾਂ ਨੂੰ ਭੁਗਤ ਰਿਹਾ ਹੈ, ਭੋਗ ਰਿਹਾ ਹੈ, ਅਤੇ ਬਾਹਰ ਹੋ ਕੇ ਦਾਤਾਂ ਲੈ ਰਿਹਾ ਹੈ। ਉਹ ਦੇਣੇ ਵਾਲਾ ਵੀ ਆਪ, ਲੈਣੇ ਵਾਲਾ ਵੀ ਆਪ, ਭੋਗਣੇ ਵਾਲਾ ਵੀ ਆਪ। ਬ੍ਰਹਮ ਬਿਰਤੀ ਹੈ। ਰਹਾਓ ਜੋ ਅੰਤਰ ਸੋ ਬਾਹਰ ਦੇਖੋ, ਅਵਰ ਨਾ ਦੂਜਾ ਕੋਈ ਜੀਆ। ਜੋ ਅੰਦਰ ਹੁੰਦਾ ਨਾ ਉਹ ਬਾਹਰ ਹੁੰਦਾ ਹੈ। ਇਹ ਰੱਬ ਦੇ ਪਿਆਰਿਆਂ ਦੀ ਅਵਸਥਾ ਆ। ਉਹਨਾਂ ਦੀ ਦ੍ਰਿਸ਼ਟੀ ਵਿੱਚ ਬੜਾ ਭਾਰੀ ਬਦਲਾਅ ਆ ਜਾਂਦਾ ਹੈ। ਜਿਨ੍ਹਾਂ ਨੇ ਆਪਣੇ ਅੰਦਰ ਰੱਬ ਦੀ ਜੋਤ ਨੂੰ ਵੇਖ ਲਿਆ, ਘਟ ਵਿੱਚ ਉਹਦੀ ਜੋਤ ਨੂੰ ਵੇਖ ਲਿਆ, ਉਹਨੂੰ ਬਾਹਰ ਹਰੇਕ ਦੇ ਵਿੱਚ ਉਸ ਦੀ ਫਿਰ ਜੋਤ ਦਿਸਦੀ ਹੈ। ਕਹਿੰਦੇ ਪਏ ਉਸ ਤੋਂ ਬਿਨਾਂ ਤਾਂ ਹੈ ਹੀ ਕੋਈ ਨਹੀਂ। ਕਹਿੰਦੇ ਗੁਰਮੁਖ ਏਕ ਦ੍ਰਿਸ਼ਟ ਕਰ ਦੇਖਾ, ਘਟ ਘਟ ਜੋਤ ਸਮੋਈ ਜੀਓ। ਗੁਰੂ ਦੇ ਦੁਆਰਾ ਉਹਦੀ ਜੋਤ ਨੂੰ ਦੇਖਿਆ ਜਾ ਸਕਦਾ ਹੈ। ਗੁਰਬਾਣੀ ਦੇ ਗਿਆਨ ਦੁਆਰਾ ਉਸ ਦੀ ਜੋਤ ਦੀ ਸੋਝੀ ਪੈਂਦੀ ਹੈ। ਜੋਤ ਜਿਹੜੀ ਸਾਡੇ ਅੰਦਰ ਹੈ, ਇਹੋ ਹੀ ਸਾਰਿਆਂ ਦੇ ਵਿੱਚ ਹੈ। ਇਸ ਕਰਕੇ ਜਿਹੜੀ ਅੰਦਰਲੀ ਜੋਤ ਦੀ ਸੋਝੀ ਲੈਣੀ ਉਹ ਠੀਕ ਹੈ। ਅੰਦਰਲੀ ਜੋਤ ਦੀ ਸੋਝੀ ਲੈਣੀ ਉਹ ਗੁਰਬਾਣੀ ਨਾਲ ਮਿਲਦੀ ਹੈ। ਮਹਾਰਾਜ ਕਹਿੰਦੇ ਗੁਰੂ ਦੇ ਦੁਆਰਾ ਸੋ ਉਹ ਜੋਤ ਜਦੋਂ ਦਿਸਦੀ ਹੈ, ਏਕ ਦ੍ਰਿਸ਼ਟ ਕਰ ਦੇਖੋ। ਜਿੰਨਾ ਚਿਰ ਸਾਨੂੰ ਸਾਡੀ ਜੋਤ ਨਹੀਂ ਦਿਸਦੀ, ਅਸੀਂ ਇੱਕ ਨਿਗਾਹ ਦੇ ਨਾਲ ਕਿਸੇ ਨੂੰ ਤੱਕ ਨਹੀਂ ਸਕਦੇ ਜੀ। ਆਪਾਂ ਹੁਣ ਸਰੀਰ ਵੇਖਦੇ ਹਾਂ, ਜਾਤਾਂ ਵੇਖਦੇ ਹਾਂ, ਬੱਚਾ ਬੁੱਢਾ ਜਵਾਨ ਦੇਖਦੇ ਹਾਂ, ਪੜ੍ਹਿਆ ਲਿਖਿਆ ਅਨਪੜ੍ਹ ਵੇਖਦੇ ਹਾਂ, ਕਾਰੋਬਾਰ ਵੇਖਦੇ ਹਾਂ। ਅੱਡ ਅੱਡ ਹੋ ਗਏ ਨਾ ਦ੍ਰਿਸ਼ਟੀ ਸਾਰੀ। ਕਾਰਨ ਕੀ ਹੈ? ਅਸੀਂ ਆਪਣੀ ਜੋਤ ਨਹੀਂ ਵੇਖੀ ਅਜੇ। ਜਿਹੜੇ ਸਾਧੂ ਮਹਾਂਪੁਰਖ ਭਗਤ ਜਨ ਆਪਣੀ ਜੋਤ ਨੂੰ ਤੱਕ ਲੈਂਦੇ ਨੇ, ਉਹ ਸਾਰਿਆਂ ਵਿੱਚ ਜੋਤ ਹੀ ਦੇਖਦੇ ਨੇ, ਜਾਤ ਨਹੀਂ ਵੇਖਦੇ। ਜਾਣੋ ਜੋਤ ਨਾ ਪੁੱਛੋ ਜਾਤੀ, ਉਹ ਸਿਰਫ ਜੋਤ ਤੱਕਦੇ ਨੇ। ਕਹਿੰਦੇ ਇਸ ਕਰਕੇ ਉਹ ਸਮਦ੍ਰਿਸ਼ਟੀ ਦੇ ਮਾਲਕ ਹੁੰਦੇ ਨੇ। ਮਹਾਰਾਜ ਜੀ ਕਹਿੰਦੇ ਨੇ, ਅਤੇ ਉਹਨਾਂ ਨੂੰ ਫਿਰ ਦਿਸਦਾ ਵੀ ਸਾਰਿਆਂ ਘਟਾਂ ਦੇ ਵਿੱਚ ਉਸੇ ਦੀ ਹੀ ਜੋਤ ਸਮਾਈ ਹੋਈ ਹੈ। ਜੋਤ ਤੋਂ ਬਿਨਾਂ ਹੈ ਨਹੀਂ ਕੋਈ, ਜੋਤ ਤੋਂ ਬਿਨਾਂ ਕੋਈ ਵੀ ਹੈ ਨਹੀਂ। ਸਾਰਿਆਂ ਦੇ ਵਿੱਚ ਜੋਤ ਸਮਾਈ ਹੋਈ ਹੈ।
ਚਲ ਤੋ ਠਾਕ ਰਖੋ ਕਰ ਆਪੁਨੈ, ਗੁਰ ਮਿਲਿਆ ਏ ਮਤ ਹੋਈ ਜੀਓ। ਇਹ ਜਿਹੜਾ ਮਨ ਹੈ ਨਾ, ਇਹਦਾ ਸੁਭਾਅ ਬੜਾ ਹੀ ਚੰਚਲ ਹੈ, ਬਹੁਤ ਚੰਚਲ ਹੈ। ਮਨ ਚੰਚਲਾ, ਮਨਾ ਚੰਚਲਤਾ ਹੀ ਨਾ ਕਰਿਆ ਕਰ, ਚਤਰਾਈ ਕਿਨੈ ਨਾ ਪਾਇਆ। ਮਨ ਦੀਆਂ ਚਤਰਾਈਆਂ ਦੇ ਨਾਲ ਅੱਜ ਤੱਕ ਕੋਈ ਰੱਬ ਨੂੰ ਨਹੀਂ ਪਾ ਸਕਿਆ। ਮਨ ਦੀਆਂ ਚਤਰਾਈਆਂ ਦੇ ਨਾਲ ਅੱਜ ਤੱਕ ਕੋਈ ਸੰਸਾਰ ਦੇ ਵਿੱਚ ਵੀ ਮਾਣ ਨਹੀਂ ਪ੍ਰਾਪਤ ਕਰ ਸਕਿਆ। ਜੇ ਕਿਸੇ ਨੇ ਮਨ ਦੀ ਚਤਰਾਈ ਦੇ ਨਾਲ ਸੰਸਾਰ ਵਿੱਚ ਕੁਝ ਪ੍ਰਾਪਤ ਕੀਤਾ, ਥੋੜ੍ਹੇ ਵਿਚਿਰ ਵਾਸਤੇ ਭੇਦ ਉਗੜ ਜਾਂਦਾ। ਭੇਦ ਉਗੜ ਜਾਂਦਾ। ਜਦੋਂ ਭੇਦ ਉਗੜ ਗਿਆ ਫਿਰ ਦੂਣੀ ਬੇਇੱਜ਼ਤੀ ਹੁੰਦੀ ਹੈ, ਵੀ ਕਹਿੰਦਾ ਕੁਝ ਸੀ ਨਿਕਲਿਆ ਕੁਝ ਹੈ। ਅਤੇ ਉਹ ਚਤਰਾਈਆਂ ਦੇ ਨਾਲ ਬੜੇ ਨੇ ਲੋਕ ਜਿਹੜੇ ਸੋ ਦਿਖਾਵਾ ਕੁਝ ਕਰਦੇ ਨੇ, ਹੁੰਦੇ ਕੁਝ ਨੇ। ਅਤੇ ਆਹ ਵਪਾਰ ਦੇ ਵਿੱਚ ਬੜੇ ਨੇ ਚਤਰਾਈ ਦੇ ਨਾਲ ਘਟੀਆ ਮਾਲ ਵਧੀਆ 'ਚ ਵੇਚ ਦਿੰਦੇ ਨੇ। ਸੋ ਇੰਝ ਇਹ ਸਿਸਟਮ ਸਾਰੇ ਸੰਸਾਰ 'ਚ ਚੱਲਦਾ। ਕੋਈ ਚਾਹੁੰਦਾ ਕਿ ਮੈਂ ਮਾੜਾ ਸਾਬਤ ਹੋਵਾਂ, ਘੱਟ ਨਾ ਕੋਈ ਕਹਾਇਂਦਾ। ਇਸ ਕਰਕੇ ਸਾਰੇ ਆਪਣੇ ਆਪ ਨੂੰ ਵੱਡਾ ਹੀ ਸਾਬਤ ਕਰਨਾ ਚਾਹੁੰਦੇ ਨੇ ਚਤਰਾਈ ਦੇ ਨਾਲ। ਚਤਰਾਈ ਦੇ ਨਾਲ ਥੋੜ੍ਹੀ ਕੋਈ ਵੱਡਾ ਹੁੰਦਾ ਹੈ। ਵੱਡਾ ਤਾਂ ਵਡਿਆਈ ਦੇ ਨਾਲ ਹੈ, ਵੱਡਾ ਤਾਂ ਸ਼ੁਭ ਗੁਣਾਂ ਦੇ ਨਾਲ ਹੈ, ਚਤਰਾਈਆਂ ਨਾਲ ਥੋੜ੍ਹੀ ਹੁੰਦਾ ਹੈ। ਚਤਰਾਈ ਦੇ ਨਾਲ ਕਿਸੇ ਨੂੰ ਆਪਣਾ ਨਹੀਂ ਬਣਾਇਆ ਜਾ ਸਕਦਾ। ਜੇ ਆਪਣਾ ਬਣਾਉਣਾ, ਆਪਣੀ ਚਤਰਾਈ ਛੱਡਣੀ ਪੈਣੀ ਹੈ, ਫਿਰ ਆਪਣਾ ਬਣਦਾ। ਜੇ ਆਪਣੀ ਚਤਰਾਈ ਛੱਡਾਂਗੇ ਫਿਰ ਹੀ ਆਪਾਂ ਦੂਜੇ ਦੀ ਗੱਲ ਸੁਣਾਂਗੇ। ਜੇ ਅਸੀਂ ਦੂਜੇ ਦੀ ਗੱਲ ਨਹੀਂ ਸੁਣਦੇ ਤਾਂ ਉਹ ਫਿਰ ਕਦੀ ਸਾਡਾ ਆਪਣਾ ਨਹੀਂ ਬਣ ਸਕਦਾ। ਜਿਹਨੂੰ ਵੀ ਆਪਣਾ ਬਣਾਉਣਾ ਨਾ, ਇੱਕੋ ਹੀ ਤਰੀਕਾ ਆ, ਆਪ ਘੱਟ ਬੋਲੋ, ਉਹਦੀ ਗੱਲ ਸੁਣੋ, ਸੌਖਾ ਤਰੀਕਾ। ਹੁਣ ਜੇ ਮੈਂ ਆਪਣੇ ਆਪ ਨੂੰ ਚਤਰ ਸਮਝਦਾ, ਮੈਂ ਤਾਂ ਦੂਜੇ ਨੂੰ ਬੋਲਣ ਵੀ ਨਹੀਂ ਦੇਵਾਂਗਾ ਜੀ, ਕਹਿਣਾ ਮੇਰੀ ਗੱਲ ਸੁਣ ਕਹਿਣਾ। ਸੋ ਆਹ ਸਿਸਟਮ ਚੱਲਦੇ ਪਏ ਨੇ ਸੰਸਾਰ ਦੇ। ਗੱਲ ਕੀ, ਚਤਰਾਈ ਦੇ ਨਾਲ ਤਾਂ ਸੰਸਾਰ ਵਿੱਚ ਨਹੀਂ ਕੁਝ ਮਿਲਦਾ, ਗਵਾਹ ਹੋ ਜਾਂਦਾ, ਮਿਲਦਾ ਨਹੀਂ, ਤੇ ਰੱਬ ਕਿੱਥੋਂ ਮਿਲ ਜੂਗਾ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਭਾਈ, ਕਹਿੰਦੇ ਚਤਰਾਈ ਜਿਹੜੀ ਹੈ ਨਾ, ਚਤਰਾਈ ਇਹਦੇ ਨਾਲ ਨਹੀਂ ਕੁਝ ਮਿਲਦਾ। ਚੱਲ ਤੋ ਠਾਕ ਰੱਖੋ ਘਰ ਆਪਣੇ। ਇਹ ਮਨ ਜਿਹੜਾ ਚੱਲ ਤੋ ਚਤਰਾਈਆਂ ਕਰਦਾ, ਚਲਾਏ ਮਾਨ ਹੈ, ਇੱਕ ਜਗ੍ਹਾ ਟਿਕ ਕੇ ਨਹੀਂ ਬੈਠਦਾ। ਇਹਨੂੰ ਬਿਠਾ ਲਓ। ਕਿੱਦਾਂ ਬਿਠਾਵਾਂਗੇ? ਇਹਦੀ ਚਤਰਾਈ ਖਤਮ ਕਰ ਦਿਓ, ਇਹਦੀ ਸਿਆਣਪਤਾਈ ਖਤਮ ਕਰ ਦਿਓ। ਮਨ ਦੀ ਚਤਰਾਈ ਕਿੱਦਾਂ ਖਤਮ ਹੁੰਦੀ ਹੈ? ਗੁਰੂ ਦੀ ਮੱਤ ਦੇ ਨਾਲ, ਗੁਰੂ ਦੇ ਗਿਆਨ ਦੇ ਨਾਲ ਮਨ ਦੀ ਚਤਰਾਈ ਖਤਮ ਹੋ ਜਾਂਦੀ ਹੈ। ਗੁਰੂ ਦਾ ਗਿਆਨ ਇਹਦੇ 'ਤੇ ਲੱਦ ਦਿਓ, ਲੱਦੀ ਜਾਓ, ਲੱਦੀ ਜਾਓ ਗੁਰੂ ਦਾ ਗਿਆਨ। ਇਹ ਚੀਕਣਾ ਬੜਾ, ਮਨ ਬੜੀਆਂ ਚੀਕਾਂ ਮਾਰਦਾ ਜਦੋਂ ਗੁਰੂ ਦਾ ਗਿਆਨ ਇਹ 'ਤੇ ਲੱਦੀ ਦਾ। ਕਿਉਂਕਿ ਇਹਦੇ ਕੋਲ ਆਪਣਾ ਗਿਆਨ ਹੈ, ਆਪਣਾ ਗਿਆਨ ਮਨ ਅੜਾਉਂਦੇ ਹੀ ਊਠ ਲੱਦੇ ਜਾਂਦੇ। ਕਹਿੰਦੇ ਇਹਨੂੰ ਡਿੰਗੀ ਜਾਣ ਦਿਓ, ਬੋਲੀ ਜਾਣ ਦਿਓ। ਗੁਰੂ ਦਾ ਗਿਆਨ ਇਹ 'ਤੇ ਲੱਦੋ ਜਿੰਨਾ ਲੱਦ ਸਕਦੇ। ਫਿਰ ਗੁਰੂ ਦੇ ਗਿਆਨ 'ਚ ਬਲ ਜ਼ਿਆਦੇ ਹੈ, ਮਨ ਨੂੰ ਆਪਣਾ ਗਿਆਨ ਛੱਡਣਾ ਹੀ ਪੈਂਦਾ ਹੈ। ਮਹਾਰਾਜ ਕਹਿੰਦੇ ਜਿਹੜਾ ਮਨ ਆ ਨਾ, ਚਲਾਏ ਮਾਨ, ਇਹਨੂੰ ਰੋਕ ਕੇ ਰੱਖੋ ਆਪਣੇ ਘਰ ਵਿੱਚ। ਕਹਿੰਦੇ ਕਿੱਦਾਂ ਰੋਕਿਆ ਜਾ ਸਕਦਾ? ਕਹਿੰਦੇ ਆਪਣੇ ਗੁਰੂ ਨੂੰ ਮਿਲੋ, ਆਪਣੇ ਗੁਰ ਮਿਲੀਐ, ਗੁਰੂ ਨੂੰ ਮਿਲਣਾ। ਇਹ ਮਤ ਹੋਈ ਜੀਓ। ਕਹਿੰਦੇ ਜਦੋਂ ਗੁਰੂ ਨੂੰ ਮਿਲਾਂਗੇ ਫਿਰ ਗੁਰੂ ਦੀ ਮੱਤ ਨੂੰ ਧਾਰਨ ਕਰਾਂਗੇ। ਜਿਹਨੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਉਹ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਦਬਕੂਗਾ, ਆਪਣੇ ਮਨ ਨੂੰ ਰੋਕੂਗਾ ਵੀ ਨਹੀਂ ਜਾਣਾ, ਬਾਹਰ ਨਹੀਂ ਜਾਣਾ, ਘਰ ਵਿੱਚ ਬਹਿ ਜਾ ਭਾਈ। ਪਰਾਇਆ ਤਨ, ਪਰਾਇਆ ਰੂਪ ਨਹੀਂ ਤੱਕਣਾ, ਪਰਾਈ ਵਸਤੂ ਨਹੀਂ ਤੱਕਣੀ। ਕੂੜ ਬੋਲ ਮੁਰਦਾਰ ਖਾਏ, ਝੂਠ ਨਹੀਂ ਬੋਲਣਾ। ਮੁਰਦਾ ਖਾਣ ਦੇ ਤੁੱਲ ਹੈ, ਅਵਰੀ ਨੂੰ ਸਮਝਾਵਣ ਜਾਏ। ਬਾਣੀ ਜਦੋਂ ਇਹੋ ਜਿਹੀਆਂ ਗੱਲਾਂ ਕਰਦੀ ਨਾ, ਫਿਰ ਮੱਤ ਕਹਿੰਦੀ, ਫਿਰ ਮਨ ਸਮਝਦਾ, ਫਿਰ ਮਨ ਨੂੰ ਅਕਲ ਆਉਂਦੀ ਹੈ, ਫਿਰ ਟਿਕ ਕੇ ਬਹਿੰਦਾ। ਗੁਰਬਾਣੀ ਦਾ ਗਿਆਨ ਜਿਹੜਾ ਆ ਬੜਾ ਹੀ ਮਿੱਠਾ ਆ। ਜੇ ਕਿਤੇ ਮਨ ਇਸ ਨੂੰ ਲੈਣਾ ਸ਼ੁਰੂ ਕਰ ਦੇਵੇ, ਇਹ ਮਨ ਫਿਰ ਜਾਂਦਾ ਹੀ ਨਹੀਂ ਕਿਤੇ ਜੀ, ਟਿਕ ਜਾਂਦਾ ਹੈ। ਮਹਾਰਾਜ ਪਾਤਸ਼ਾਹ ਅੱਗੇ ਕਹਿੰਦੇ ਨੇ, ਕਹਿੰਦੇ ਦੇਖ ਅਦ੍ਰਿਸ਼ਟ ਰਹੋ ਬਿਸਮਾਦੀ, ਦੁੱਖ ਬਿਸਰੈ ਸੁਖ ਹੋਈ ਜੀਓ। ਰੱਬ ਦੇ ਪਿਆਰੇ, ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਨੂੰ ਜਿਹੜਾ ਕਿ ਦੇਖਿਆ ਨਹੀਂ ਜਾ ਸਕਦਾ, ਪਰ ਉਹਨੂੰ ਵੇਖ ਲੈਂਦੇ ਨੇ,
ਉਹਨੂੰ ਵੇਖ ਲੈਂਦੇ ਨੇ, ਦੇਖ ਅਦ੍ਰਿਸ਼ ਵੇਖ ਲੈਂਦੇ ਨੇ। ਜਿਵੇਂ ਕਿਸੇ ਪੂਰਨ ਤੱਤਵਿਤਾ ਮਹਾਂਪੁਰਖ ਦੇ ਕੋਲ ਇੱਕ ਤਰਕਵਾਦੀ ਚਲਾ ਗਿਆ, ਕਹਿੰਦੇ ਵੀ ਤੁਸੀਂ ਕੀ ਕਰਦੇ ਰਹਿੰਦੇ ਪੂਰਾ ਦਿਨ? ਕਹਿੰਦੇ ਜੀ ਰੱਬ ਦੀ ਬੰਦਗੀ, ਹੋਰ ਕੀ ਕਰਨਾ। ਕਹਿੰਦੇ ਰੱਬ ਹੈਗਾ? ਕਹਿੰਦੇ ਬਿਲਕੁਲ ਹੈਗਾ। ਦਿਸਦਾ? ਕਹਿੰਦੇ ਦਿਸਦਾ ਨਹੀਂ, ਤਾਂ ਗੱਲਾਂ ਵੀ ਕਰਦੇ ਆ। ਮੈਨੂੰ ਵੀ ਦਿਖਾ ਲਓ, ਕਹਿੰਦੇ ਬਿਲਕੁਲ ਦਿਖਾ ਲਾਂਗੇ, ਤੈਨੂੰ ਵੀ ਦਿਖਾ ਲਾਂਗੇ, ਕੱਲ੍ਹ ਨੂੰ ਆ ਜਾ, ਕੱਲ੍ਹ ਨੂੰ ਆ ਜਾ, ਦਿਖਾ ਲਾਂਗੇ ਤੈਨੂੰ। ਕੋਈ ਜੁਗਤੀਆਂ ਹੁੰਦੀਆਂ ਨਾ, ਰੱਬ ਦੇ ਪਿਆਰਿਆਂ ਕੋਲ ਜੋ ਜੁਗਤੀ ਹੈ ਉਹ ਆਮ ਨਹੀਂ ਕਿਸੇ ਕੋਲ ਹੁੰਦੀ। ਕਹਿੰਦੇ ਆ ਜਾ ਕੱਲ੍ਹ ਨੂੰ, ਤੈਨੂੰ ਰੱਬ ਦੇ ਨਾਲ ਤੇਰੀਆਂ ਗੱਲਾਂ ਵੀ ਕਰਾਉਂਦੇ, ਤੈਨੂੰ ਵੀ ਦਿਖਾਲ ਵੀ ਦਿੰਦੇ ਹਾਂ। ਪਰ ਇਸ਼ਨਾਨ ਕਰਕੇ ਤਿਆਰ ਹੋ ਗਿਆ, ਆ ਗਿਆ, ਆ ਗਿਆ, ਹਾਂਜੀ ਦਿਖਾ ਲਓ। ਕਹਿੰਦਾ ਕਿੱਥੇ ਰੱਬ ਆ? ਅੱਗੋਂ ਸਾਧੂ ਕਹਿੰਦਾ, ਭਗਤ ਕਹਿੰਦਾ ਵੀ ਰੱਬ ਨੂੰ ਮੈਂ ਪੁੱਛਿਆ ਸੀ, ਅਤੇ ਰੱਬ ਕਹਿੰਦਾ ਵੀ ਜਿਹੜਾ ਮੈਨੂੰ ਮਿਲਣਾ ਚਾਹੁੰਦਾ ਹੈ ਨਾ, ਵੀ ਉਹਦਾ ਨਾਂ ਕੀ ਹੈ? ਜਿਸ ਬੰਦੇ ਨੂੰ ਅਸੀਂ ਮਿਲਣਾ, ਪਰਿਚਾ ਤਾਂ ਦੇਣਾ ਪੈਂਦਾ ਜੀ, ਮੈਂ ਫਲਾਨਾ ਬੰਦਾ ਫਲਾਨੀ ਜਗ੍ਹਾ ਤੋਂ ਆਇਆ, ਆਹ ਮੇਰਾ ਕੰਮ ਹੈ, ਆਪਣੇ ਪਰਿਚਾ ਦੇ, ਲਿਖ ਕੇ ਦੇ। ਉਹਨੇ ਲਿਖਿਆ, ਆਪਣਾ ਨਾਂ ਲਿਖਿਆ, ਬਾਪ ਦਾ ਨਾਂ ਲਿਖਿਆ, ਜਗ੍ਹਾ ਦਾ ਨਾਂ ਲਿਖਿਆ। ਉਹ ਸਾਧੂ ਪੜ੍ਹ ਕੇ ਕਹਿੰਦਾ ਤੇਰਾ ਫਲਾਨਾ ਨਾਂ? ਕਹਿੰਦਾ ਹਾਂਜੀ। ਕਹਿੰਦਾ ਕਿੱਥੇ ਹੈ? ਉਹਨੇ ਆਪਣੇ ਸਰੀਰ 'ਤੇ ਛਾਤੀ ਦਾ ਹੱਥ ਲੈ ਕੇ ਕਹਿੰਦਾ ਇਹ ਤੇਰੀ ਛਾਤੀ ਹੈ, ਤੂੰ ਤਾਂ ਹੈ ਹੀ ਨਹੀਂ। ਉਹਨੇ ਸਿਰ 'ਤੇ ਹੱਥ ਮਾਰਿਆ, ਕਹਿੰਦੇ ਤੇ ਤੇਰਾ ਸਿਰ ਆ, ਤੂੰ ਹੈ ਨਹੀਂ। ਉਹਨੇ ਸਾਰੇ ਸਰੀਰ ਦੇ ਅੰਗਾਂ 'ਤੇ ਹੱਥ ਮਾਰ ਲਿਆ, ਕਹਿੰਦਾ ਤੇਰਾ ਸਰੀਰ ਹੈ, ਤੂੰ ਹੈ ਨਹੀਂ। ਤੂੰ ਮੈਨੂੰ ਆਪਣਾ ਆਪ ਦਿਖਾਲ ਦੇ, ਤੈਨੂੰ ਮੈਂ ਰੱਬ ਦਿਖਾਲ ਦਿੰਦਾ। ਕਹਿੰਦਾ ਨਹੀਂ ਮੈਂ ਨਹੀਂ, ਕਹਿੰਦਾ ਉਹ ਨਹੀਂ ਦਿਖਾ ਸਕਦਾ। ਉਹ ਆਪਣਾ ਆਪ ਤਾਂ ਵੇਖ ਲਾ, ਰੱਬ ਦੇਖਣ ਦੀ ਗੱਲ ਬਾਅਦ 'ਚ ਕਰ ਲਈ। ਕਹਿੰਦਾ ਗਿਆਨ ਹੋ ਗਿਆ। ਸਵਿੰਜ ਮਹਾਰਾਜ ਸੱਚੇ ਪਾਤਸ਼ਾਹ ਤੇ ਕਹਿੰਦੇ ਅਦ੍ਰਿਸ਼ਟ ਹੈ, ਉਹ ਦੇਖਿਆ ਨਹੀਂ ਜਾ ਸਕਦਾ। ਪਰ ਜਿਹੜੇ ਭਗਤ ਜਨ ਨੇ ਉਹਨੂੰ ਗਿਆਨ ਦੁਆਰਾ ਵੇਖਦੇ ਨੇ, ਗਿਆਨ ਦੇ ਨਾਲ। ਕਹਿੰਦੇ ਦੇਖ ਦ੍ਰਿਸ਼ਟ ਰਹੋ ਬਿਸਮਾਦੀ, ਗਿਆਨ ਦੇ ਨਾਲ ਦੇਖਦੇ ਨੇ ਅਤੇ ਬਿਸਮਾਦ ਵਿੱਚ ਚਲੇ ਜਾਂਦੇ ਨੇ। ਬਸ ਬਿਸਮਾਦ ਵਿੱਚ ਜਾਣਾ ਹੀ ਦੁੱਖ ਵਿਸਰੈ ਸੁੱਖ ਹੋਈ ਜੀਓ। ਦੁੱਖ ਸੰਸਾਰ ਦਾ ਸਾਰਾ ਵਿਸਰ ਜਾਂਦਾ, ਸੁੱਖ ਹੀ ਸੁੱਖ ਪਸਰ ਜਾਂਦਾ ਸਾਰੇ ਪਾਸੇ। ਜਦੋਂ ਗੁਰਬਾਣੀ ਦਾ ਗਿਆਨ ਆਉਂਦਾ, ਸੰਸਾਰਕ ਦੁੱਖ ਨਹੀਂ ਕੋਈ ਰਹਿੰਦਾ ਹੈ। ਸੰਸਾਰ ਜਿੱਦਾਂ ਹਨੇਰੇ ਦੇ ਵਿੱਚ ਜਦੋਂ ਸੂਰਜ ਚੜ੍ਹ ਗਿਆ ਹਨੇਰਾ ਰਹਿੰਦਾ ਹੀ ਨਹੀਂ, ਤੁਸੀਂ ਅੱਗ ਬਾਲ ਦਿਓ ਪਾਲਾ ਨਹੀਂ ਰਹਿੰਦਾ। ਇਸੇ ਤਰ੍ਹਾਂ ਜਦੋਂ ਗੁਰਬਾਣੀ ਦਾ ਗਿਆਨ ਆ ਜਾਂਦਾ, ਸੰਸਾਰਕ ਦੁੱਖ ਨਹੀਂ ਰਹਿੰਦੇ, ਇਹ ਖੜਾ ਬਕਾਰ ਨਹੀਂ ਰਹਿੰਦੇ, ਇਹ ਭੱਜ ਜਾਂਦੇ ਨੇ ਸਾਰੇ। ਕਹਿੰਦੇ ਉਨਾ ਚਿਕਰ ਦੁੱਖ ਨੇ ਜਿੰਨਾ ਚਿਕਰ ਗੁਰਬਾਣੀ ਦਾ ਗਿਆਨ ਨਹੀਂ। ਜਦੋਂ ਗੁਰਬਾਣੀ ਦਾ ਗਿਆਨ ਆ ਗਿਆ, ਦੁੱਖ ਚਲ ਜਾਂਦੇ ਨੇ, ਦੁੱਖ ਦੁਖੀ ਨਹੀਂ ਕਰ ਸਕਦੇ। ਪੀਵਹੁ ਅਪਿਓ, ਅਪਿਓ ਹੁੰਦਾ ਅੰਮ੍ਰਿਤ, ਅੰਮ੍ਰਿਤ ਨੂੰ ਪੀਣਾ। ਪਰਮ ਸੁੱਖ ਪਾਈਐ, ਅੰਮ੍ਰਿਤ ਪੀਣ ਦੇ ਵਿੱਚ ਪਰਮ ਸੁੱਖ ਹੈ। ਨਿਜ ਕਰ ਵਾਸਾ ਹੋਈ ਜੀਓ। ਜਿਹੜੇ ਅਪਿਓ ਪੀਂਦੇ ਨੇ, ਅੰਮ੍ਰਿਤ ਪੀਂਦੇ ਨੇ, ਉਹਨਾਂ ਦਾ ਆਪਣੇ ਨਿਜ ਘਰ ਵਿੱਚ ਵਾਸਾ ਹੁੰਦਾ ਹੈ। ਜਨਮ ਮਰਨ ਭਵ ਭੰਜਨ ਗਾਈਐ, ਪੁਨਰਪ ਜਨਮ ਨ ਹੋਈ ਜੀਓ। ਜਿਹੜੇ ਪਰਮਾਤਮਾ ਪਰਮੇਸ਼ਰ ਦੇ ਗੁਣਾਂ ਦਾ ਗਾਇਨ ਕਰਦੇ ਨੇ, ਕਿਉਂਕਿ ਰੱਬ ਦਾ ਨਾਮ ਹੈ ਜਨਮ ਮਰਨ ਭਵ ਭੰਜਨ, ਵੀ ਜੰਮਣ ਮਰਨ ਨੂੰ ਭੰਨਣੇ ਵਾਲਾ, ਖਤਮ ਕਰਨੇ ਵਾਲਾ। ਪਰਮਾਤਮਾ ਦਾ ਨਾਮ ਜਪੋ, ਜਨਮ ਮਰਨ ਇਹਦਾ ਖਤਮ ਹੋ ਜਾਂਦਾ ਹੈ, 84 ਦਾ ਗੇੜ ਇਸ ਦਾ ਖਤਮ ਹੋ ਜਾਂਦਾ ਹੈ। ਗੁਰਬਾਣੀ ਇਹ ਜਨਮ ਮਰਨ ਭਵ ਭੰਜਨ ਹੈ। ਜਿਹੜੀ ਗੁਰਬਾਣੀ ਹੈ, ਗੁਰਬਾਣੀ ਪੜ੍ਹੋ, ਸੁਣੋ, ਗਾਵੋ, ਵਿਚਾਰੋ, ਜੰਮਣ ਮਰਨ ਦਾ ਦੁੱਖ ਹੀ ਖਤਮ ਹੋ ਜਾਂਦਾ, 84 ਦਾ ਗੇੜ ਹੀ ਟੁੱਟ ਜਾਂਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਉਹਦੇ ਨਾਮ ਨੂੰ ਗਾਉਂਦੇ ਨੇ, ਉਹਦੀ ਸਿਫਤ ਸਲਾਹ ਕਰਦੇ ਨੇ, ਜਿਹਦੇ ਨਾਲ ਪੁਨਰਪ ਜਨਮ ਨਾ ਹੋਏ, ਮੁੜ ਕੇ ਕਦੀ ਜਨਮ ਨਹੀਂ ਹੁੰਦਾ। ਜੇ ਸੱਚੇ ਦੀ ਦਰਗਾਹ ਦੇ ਵਿੱਚ ਜਗ੍ਹਾ ਮਿਲ ਜਾਵੇ ਤਾਂ ਫਿਰ ਜਨਮ ਨਹੀਂ ਹੁੰਦਾ ਜੀ। ਜੇ ਸੱਚੇ ਦੀ ਦਰਗਾਹ ਵਿੱਚ ਜਗ੍ਹਾ ਨਹੀਂ, ਫਿਰ ਜਨਮ ਹੁੰਦੇ ਨੇ, ਫਿਰ ਆਉਣਾ ਪੈਂਦਾ ਹੈ। ਲੇਖੇ ਮੁੱਕਦੇ ਆ, ਫਿਰ ਦਰਗਾਹ ਦੇ ਵਿੱਚ ਜਾਂਦੇ ਆ। ਜੇ ਲੇਖੇ ਨਹੀਂ ਮੁੱਕੇ, ਦਰਗਾਹ ਵਿੱਚ ਨਹੀਂ ਜਾ ਸਕਦਾ ਜੀ। ਮਹਾਰਾਜ ਦੀ ਬਾਣੀ ਦਾ ਫੈਸਲਾ। ਸੱਚੇ ਪਾਤਸ਼ਾਹ ਨੇ ਕਹਿੰਦੇ ਆਪਾਂ ਸਾਰੇ ਲੇਖਿਆਂ ਦੇ ਵਿੱਚ ਹੈ, ਕੰਮ ਆਪਣਾ ਕੀ ਇੱਥੇ ਕਰਨ ਕੀ ਆਏ ਆ? ਕਹਿੰਦੇ ਲੇਖੇ ਮੁਕਾਉਣ ਵਾਸਤੇ ਆਏ ਆ, ਆਹ ਕੰਮ ਆ ਸਾਡਾ। ਅਤੇ ਅਸੀਂ ਪੁੱਠੀ ਮੱਤ ਸਾਨੂੰ ਆ ਗਈ, ਲੇਖੇ ਵਧਾ ਲਏ, ਮੁਕਾਉਣੇ ਤਾਂ ਕੀ ਸੀਗੇ ਜੀ। ਲੇਖੇ ਤਾਂ ਹੋਰ ਬੰਨ੍ਹ ਕੇ, ਲੇਖਿਆਂ ਦੀਆਂ ਪੰਡਾਂ ਹੋਰ ਬੰਨ੍ਹ ਕੇ ਚਲ ਗਏ, ਲਓ ਜੀ ਆਹ ਵੀ ਸਾਫ਼ ਕਰ ਦਿਓ, ਪਹਿਲਾਂ ਮੁੱਕਾ ਨਹੀਂ,
ਪਹਿਲਾ ਰਿਣ ਉਦੋਂ ਚੜ੍ਹਿਆ ਹੋਇਆ, ਦੂਜਾ ਹੋਰ ਚੜ੍ਹ ਗਿਆ। ਸੋ ਗੁਰਬਾਣੀ ਮੁਤਾਬਕ ਅਸੀਂ ਤਾਂ ਲੇਖੇ ਮੁਕਾਉਣ ਵਾਸਤੇ ਆਏ ਹੋਏ ਹਾਂ। ਮਹਾਰਾਜ ਕਹਿੰਦੇ ਜਿਹੜੇ ਬਾਣੀ ਦੇ ਨਾਲ ਜੁੜਦੇ ਨੇ, ਬਾਣੀ ਦੀ ਵਿਚਾਰ ਕਰਦੇ ਨੇ, ਉਹਨਾਂ ਦਾ ਲੇਖਾ ਖਤਮ ਹੋ ਜਾਂਦਾ, ਮੁੜ ਕੇ ਉਹਨਾਂ ਦਾ ਜਨਮ ਨਹੀਂ ਹੈ। ਤਤ ਨਿਰੰਜਨ ਜੋਤ ਸਬਾਈ, ਸੋਹੰ ਭੇਦ ਨਾ ਕੋਈ ਜੀਓ। ਜਿਹੜੇ ਤਤ ਨਿਰੰਜਨ ਜੋਤ ਨੂੰ ਜਾਣ ਗਏ, ਤਤ ਨਿਰੰਜਨ ਨੂੰ ਜਿਹੜੇ ਜਾਣ ਗਏ ਨਾ, ਤਤ ਨਿਰੰਜਨ ਭਾਵ ਸੋ ਨਿਰੰਜਨ ਮਾਇਆ ਤੋਂ ਰਹਿਤ ਅਕਾਲ ਪੁਰਖ, ਤਤ ਉਹਦਾ ਰਸ ਆਨੰਦ। ਜਿਹੜਾ ਅਕਾਲ ਪੁਰਖ ਪਰਮਾਤਮਾ ਪਰਮੇਸ਼ਰ ਦੀ ਬੰਦਗੀ ਦੇ ਰਸ ਨੂੰ ਜਾਣ ਜਾਂਦਾ ਹੈ, ਉਹ ਸਮਝਦਾ ਵੀ ਉਹਦੀ ਹੀ ਜੋਤ ਸਾਰਿਆਂ ਦੇ ਵਿੱਚ ਹੈ, ਜੋਤ ਸਬਾਹੀ। ਫਿਰ ਉਹ ਕਹਿ ਸਕਦਾ ਕਿ ਸੋ ਹੰ, ਵੀ ਮੇਰੇ ਵਿੱਚ ਤੇ ਰੱਬ ਦੇ ਵਿੱਚ ਭੇਦ ਨਾ ਕੋਈ ਜੀਓ, ਕੋਈ ਭੇਦ ਨਹੀਂ, ਉਹ ਮੈਂ ਉਹ। ਸੋ ਹੰ ਹੰਸਾ, ਇਹ ਜਾਪ ਵੀ ਜਪਿਆ ਜਾਂਦਾ ਸੀ ਸਤਿਯੁਗ ਦੇ ਵਿੱਚ, ਇਹ ਵੀ ਜਾਪ ਹੁੰਦਾ ਸੀ, ਸੋ ਹੰ ਹੰਸਾ, ਸੋ ਹੰ ਜਾਪ ਹੁੰਦਾ ਹੈ। ਸੋ ਰੱਬ ਤੇ ਜੀਵ ਦੇ ਵਿੱਚ ਕੋਈ ਭੇਦ ਨਹੀਂ। ਪਰ ਕਦੋਂ ਪਤਾ ਲੱਗਦਾ? ਜਦੋਂ ਇਹ ਸੋ ਨਿਰੰਜਨ ਦਾ ਜਿਹੜਾ ਤਤ ਸਾਰ ਹੈ, ਆਨੰਦ ਹੈ ਜਿਹੜਾ ਬਾਣੀ ਦਾ, ਉਹਨੂੰ ਸਮਝ ਜਾਂਦਾ ਹੈ, ਉਹਨੂੰ ਜਾਣ ਜਾਂਦਾ। ਕਹਿੰਦੇ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਭਾਈ ਮੈਨੂੰ ਤਾਂ ਉਹ ਗੁਰੂ ਮਿਲ ਗਿਆ ਜਿਹੜਾ ਕਿ ਪਰੇ ਤੋਂ ਪਰੇ ਹੈ ਤੇ ਪਾਰ ਬ੍ਰਹਮ, ਜਿਸ ਦੇ ਬ੍ਰਹਮ ਦਾ ਕੋਈ ਪਾਰਾਵਾਰ ਨਹੀਂ ਹੈ, ਪਰਮੇਸ਼ਰ ਹੈ ਜਿਹੜਾ, ਮੈਨੂੰ ਉਹ ਮਿਲਿਆ, ਮੇਰਾ ਉਹੀਓ ਗੁਰੂ ਆ। ਕਹਿੰਦੇ ਨਾਨਕ ਗੁਰ ਮਿਲਿਆ ਸੋਈ ਜੀਓ। ਮਹਾਰਾਜ ਨੇ ਮਿਹਰ ਕਿਰਪਾ ਕੀਤੀ ਹੈ, ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ। ਸਤਿਗੁਰੂ ਜੀ ਕਿਰਪਾ ਕਰਨ, ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ। ਸਹਿ ਛੇਤੀ ਮਨ ਵਜੀਆਂ ਵਧਾਈਆਂ, ਰਾਗ ਰਤਨ ਪਰਵਾਰ ਭਰੀਆਂ। ਸ਼ਬਦ ਗਾਵਣ ਆਈਆਂ, ਸ਼ਬਦ ਤਾਂ ਗਾਵੋ ਹਰੀ ਘੇਰਾ। ਮਨ ਜਿਨੀ ਵਸਾਇਆ, ਕਹੈ ਨਾਨਕ ਆਨੰਦ ਹੋਆ। ਸਤਿਗੁਰੂ ਮੈਂ ਪਾਇਆ, ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਾਂ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਕਰੇ ਤੇਰਾ ਕਾਰ, ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਉ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇ ਸੋ ਭਾਵੇ। ਸਦਾ ਸਿਵ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਵਾਜੇ ਸ਼ਬਦ ਘਨੇਰੇ। ਕਹੈ ਨਾਨਕ ਸੱਚੇ ਸਾਹਿਬ ਕਿਉ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰ। ਸਾਚ ਨਾਮਦਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕ੍ਰਿਸ਼ਾਨ ਸੁਖ ਮਨ ਆਇ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਗੁਰਬਾਣ ਕੀਤਾ ਗੁਰ ਵਿਟੋ, ਜਿਸ ਦੀਆਂ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਆਜੇ ਪੰਜ ਸ਼ਬਦ ਤਿਤ ਘਰ ਸੁਭਾਗੇ। ਘਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੋ ਤਦ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ, ਸੇ ਨਾਮ ਹਰ ਕੇ ਲਾਗੇ। ਕਹੈ ਨਾਨਕ ਤੈਸ ਕੋ ਹੋਆ, ਤਿਤ ਕਰ ਅਨਹਦ ਵਾਜੇ। ਅਨ ਸੁਣੋ ਵਡ ਭਾਗਿਓ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ ਪੂਰੇ, ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿ ਤੇ ਪਵੇ, ਸਤਿਗੁਰ ਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਆ ਭਰਪੂਰੇ। ਬਿਨਵੰਤ ਨਾਨਕ ਗੁਰੂ ਚਰਨ ਲਾਗੇ, ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ